ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਸੋ ਅੱਜ ਅਸੀਂ ਪੰਜਾਬੀ ਦੇ ਵਿੱਚ ਵਿਸ਼ਾ ਲੈ ਕੇ ਆਏ ਹਾਂ ਇੱਕ ਕਹਾਣੀ, ਜਿਸ ਕਹਾਣੀ ਦਾ ਨਾਮ ਹੈ ਪੌਦਿਆਂ ਦਾ ਜੀਵਨ। ਇਹ ਬੇਸ ਹੈ ਪੌਦਿਆਂ ਦੇ ਮਹੱਤਵ ਤੇ ਕਿ ਪੌਦੇ ਸਾਡੇ ਲਈ ਕਿਸ ਤਰ੍ਹਾਂ ਲਾਭਕਾਰੀ ਹਨ। ਪੌਦੇ ਮਨੁੱਖ ਵਾਂਗ ਜਿਉਂਦੇ ਹਨ, ਜਾਗਦੇ ਹਨ, ਖਾਂਦੇ ਹਨ, ਪੀਂਦੇ ਹਨ। ਇਹ ਕਹਾਣੀ ਇੱਕ ਪਰਿਵਾਰ ਤੋਂ ਸ਼ੁਰੂ ਹੁੰਦੀ ਹੈ ਕਿ ਇੱਕ ਪਰਿਵਾਰ ਆਪਣੇ ਘਰ ਦੇ ਵਿੱਚ ਬੈਠਾ ਹੈ, ਰਾਤ ਨੂੰ ਬਿਜਲੀ ਚਲੀ ਜਾਂਦੀ ਹੈ, ਹੁਣ ਉਹ ਪਰਿਵਾਰ ਬਰਾਂਡੇ ਦੇ ਵਿੱਚ ਆ ਕੇ ਬੈਠ ਜਾਂਦਾ ਹੈ। ਇਸ ਦੇ ਜੋ ਪਾਤਰ ਹਨ, ਜਿਵੇਂ ਕਾਜਲ ਹੈ, ਕਾਜਲ ਆਪਣੇ ਮੰਮੀ ਪਾਪਾ ਦੇ ਨਾਲ ਬਰਾਂਡੇ ਦੇ ਵਿੱਚ ਬੈਠੀ ਹੈ ਤੇ ਬਰਾਂਡੇ ਦੇ ਵਿੱਚ ਲੱਗੇ ਪੌਦੇ ਦੀ ਕਿਆਰੀ ਨੂੰ ਉਹ ਹਿਲਾ ਰਹੀ ਹੈ, ਉਹਨੂੰ ਹਿਲਾ ਰਹੀ ਹੈ ਤੇ ਉਹਦੀ ਮਾਂ ਉਸ ਨੂੰ ਆਖਦੀ ਹੈ ਕਿ ਪੌਦੇ ਨੂੰ ਨਾ ਛੇੜ, ਪੌਦੇ ਸੌ ਰਹੇ ਹਨ। ਕਾਜਲ ਬੜੇ ਹੈਰਾਨੀ ਦੇ ਨਾਲ ਇਸ ਗੱਲ ਨੂੰ ਪੁੱਛਦੀ ਹੈ ਕਿ ਪੌਦੇ ਵੀ ਸੌਂਦੇ ਹਨ। ਬੜੀ ਹੈਰਾਨੀ ਹੁੰਦੀ ਹੈ ਤਾਂ ਉਸਦੀ ਮਾਂ ਕਹਿੰਦੀ ਹੈ, ਹਾਂ, ਜਿਸ ਤਰ੍ਹਾਂ ਮਨੁੱਖ ਸੌਂਦੇ ਹਨ ਇਸੇ ਤਰ੍ਹਾਂ ਪੌਦੇ ਵੀ ਸੌਂਦੇ ਹਨ, ਜਾਗਦੇ ਹਨ, ਖਾਂਦੇ ਹਨ ਤੇ ਪਾਣੀ ਵੀ ਪੀਂਦੇ ਹਨ। ਸੋ ਉਸਦੇ ਪਿਤਾ ਜੀ ਵੀ ਕਾਜਲ ਨੂੰ ਪੌਦਾ ਨਾ ਛੇੜਨ ਲਈ ਰੋਕਦੇ ਹਨ। ਇੰਨੇ ਨੂੰ ਉੱਥੇ ਪੰਕਜ ਵੀ ਹੁੰਦਾ ਹੈ। ਪੰਕਜ ਵੀ ਇਹ ਗੱਲ ਸੁਣ ਕੇ ਬੜਾ ਹੈਰਾਨ ਹੁੰਦਾ ਹੈ ਕਿ ਪੌਦੇ ਸੌਂਦੇ, ਜਾਗਦੇ ਤੇ ਖਾਂਦੇ ਪੀਂਦੇ ਹਨ। ਸੋ ਉਹ ਆਪਣੇ ਪਿਤਾ ਜੀ ਨੂੰ ਪੁੱਛਦੇ ਨੇ ਕਿ ਪਿਤਾ ਜੀ, ਕੀ ਇਹ ਹੋ ਸਕਦਾ ਹੈ ਕਿ ਪੌਦੇ ਖਾਂਦੇ ਹੋਣ, ਜਾਗਦੇ ਹੋਣ, ਪੀਂਦੇ ਹੋਣ? ਸੋ ਉਸਦੇ ਪਿਤਾ ਜੀ ਕਹਿੰਦੇ ਨੇ, ਹਾਂ, ਇਹ ਹੋ ਸਕਦਾ ਹੈ, ਇਹ ਸੱਚ ਹੈ। ਸੋ ਇਸ ਦੀ ਪੂਰੀ ਡਿਟੇਲ ਉਸਦੇ ਪਿਤਾ ਜੀ ਕਾਜਲ ਨੂੰ ਅਤੇ ਪੰਕਜ ਨੂੰ ਕਿਵੇਂ ਸਮਝਾਉਂਦੇ ਹਨ, ਆਓ ਅਸੀਂ ਕਿਤਾਬ ਦੇ ਪਾਠ ਨੂੰ ਪੜ੍ਹ ਕੇ ਉਸ ਨੂੰ ਫੋਕਸ ਕਰਕੇ ਸਮਝਣ ਦਾ ਯਤਨ ਕਰੀਏ। ਸੋ ਜਦੋਂ ਕਾਜਲ ਤੇ ਪੰਕਜ ਹੈਰਾਨ ਹੋ ਕੇ ਪੁੱਛਦੇ ਹਨ ਕਿ ਪੌਦੇ ਕਿਵੇਂ ਖਾਂਦੇ ਪੀਂਦੇ ਹਨ, ਸੌਂਦੇ ਹਨ, ਜਾਗਦੇ ਹਨ, ਸੋ ਉਸਦੇ ਪਿਤਾ ਜੀ ਦੱਸਦੇ ਹਨ ਕਿ ਪਹਿਲਾਂ ਸਭ ਲੋਕ ਇਹ ਸਮਝਦੇ ਸਨ ਕਿ ਪੌਦੇ ਨਿਰਜੀਵ ਹੁੰਦੇ ਹਨ। ਨਿਰਜੀਵ ਯਾਨੀ ਕਿ ਜਿਨ੍ਹਾਂ ਦੇ ਵਿੱਚ ਜੀਵਨ ਨਾ ਹੋਵੇ, ਪਰ ਬਾਅਦ ਵਿੱਚ ਵਿਗਿਆਨਿਕ ਪ੍ਰਯੋਗਾਂ ਤੋਂ ਇਹ ਸਿੱਧ ਹੋਇਆ ਕਿ ਪੌਦਿਆਂ ਵਿੱਚ ਵੀ ਜੀਵਨ ਹੁੰਦਾ ਹੈ। ਇੱਕ ਵਿਗਿਆਨਕ ਜਗਦੀਸ਼ ਚੰਦਰ ਬਾਸੂ ਨੇ ਆਪਣੀ ਖੋਜਾਂ ਨਾਲ ਇਹ ਸਿੱਧ ਕਰ ਦਿੱਤਾ ਕਿ ਪੌਦਿਆਂ ਦੇ ਵਿੱਚ ਜੀਵਨ ਹੁੰਦਾ ਹੈ, ਯਾਨੀ ਕਿ ਉਹਨਾਂ ਦੇ ਵਿੱਚ ਜੋ ਵੀ ਗੱਲਾਂ ਹੁੰਦੀਆਂ ਨੇ ਉਹ ਮਨੁੱਖ ਵਾਂਗ ਹੀ ਹੁੰਦੀਆਂ ਹਨ। ਇਸ ਖੋਜ ਨੇ ਸੰਸਾਰ ਨੂੰ ਹੈਰਾਨ ਕਰ ਦਿੱਤਾ। ਇਸ ਵਿਗਿਆਨਕ ਜਗਦੀਸ਼ ਚੰਦਰ ਦਾ ਜਨਮ 30 ਨਵੰਬਰ 1858 ਈਸਵੀ ਨੂੰ ਹੋਇਆ। ਜਗਦੀਸ਼ ਚੰਦਰ ਦੀ ਬਚਪਨ ਤੋਂ ਹੀ ਪੌਦਿਆਂ ਵੱਲ ਰੁਚੀ ਸੀ। ਉਹਨਾਂ ਨੇ ਆਪਣੀ ਖੋਜਾਂ ਨਾਲ ਦੱਸਿਆ ਕਿ ਪੌਦਿਆਂ ਦੇ ਵਿੱਚ ਜਾਨ ਹੁੰਦੀ ਹੈ, ਉਹਨਾਂ ਨੂੰ ਵੀ ਸੁੱਖ ਦੁੱਖ ਦਾ ਅਨੁਭਵ ਹੁੰਦਾ ਹੈ, ਅਨੁਭਵ ਭਾਵ ਮਹਿਸੂਸ ਹੋਣਾ। ਉਹਨਾਂ ਨੇ ਆਪਣੇ ਵੱਲੋਂ ਬਣਾਏ ਯੰਤਰ ਫਾਸਕੋਗ੍ਰਾਫ ਅਤੇ ਰੈਜ਼ੋਨੈਂਸ ਰਿਕਾਰਡ ਦੇ ਨਾਲ ਇਹਨਾਂ ਕਿਰਿਆਵਾਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ। ਇਹਨਾਂ ਪ੍ਰਯੋਗਾਂ ਵਿੱਚ ਪੌਦਿਆਂ ਦੇ ਸੱਟ ਲੱਗਣ ਉੱਤੇ ਕੰਬਣਾ ਜਾਂ ਪੌਦਿਆਂ ਦੀ ਮੌਤ ਦੇ ਦ੍ਰਿਸ਼ਾਂ ਨੂੰ ਪਰਦੇ ਉੱਤੇ ਵਿਖਾਇਆ। ਉਹਨਾਂ ਦੀ ਇਸ ਖੋਜ ਉੱਤੇ ਲੰਦਨ ਵਿਸ਼ਵ ਵਿਦਿਆਲੇ ਨੇ ਉਹਨਾਂ ਨੂੰ ਡਾਕਟਰ ਆਫ ਸਾਇੰਸ ਦੀ ਡਿਗਰੀ ਨਾਲ ਸਨਮਾਨਿਤ ਕੀਤਾ। ਉਹਨਾਂ ਨੇ ਆਪਣੀ ਖੋਜਾਂ ਨੂੰ ਵਿਸ਼ਵ ਭਰ ਦੇ ਵਿਗਿਆਨੀਆਂ ਸਾਹਮਣੇ ਪੇਸ਼ ਕੀਤਾ ਤੇ ਵਾਹ-ਵਾਹ ਖੱਟੀ। ਜਰਮਨ ਵਿਗਿਆਨੀਆਂ ਨੇ ਉਹਨਾਂ ਦੀ ਖੋਜ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਪੂਰਾ ਵਿਸ਼ਵ ਵਿਦਿਆਲਾ ਸੌਂਪਣ ਦੀ ਪੇਸ਼ਕਸ਼ ਕੀਤੀ ਸੀ, ਜੋ ਉਹਨਾਂ ਨੇ ਦੇਸ਼ ਪ੍ਰੇਮ ਦੇ ਜਜ਼ਬੇ ਅਧੀਨ ਨਿਮਰਤਾ ਸਹਿਤ ਅਸਵੀਕਾਰ ਕਰ ਦਿੱਤਾ, ਯਾਨੀ ਕਿ ਉਸ ਨੂੰ ਮਨਾਹੀ ਕਰ ਦਿੱਤੀ। ਸੋ ਇਸ ਪਿੱਛੋਂ ਕਾਜਲ ਦੇ ਪਿਤਾ ਜੀ ਪੁੱਛਦੇ ਹਨ ਕਿ ਕਾਜਲ, ਤੂੰ ਗੁਲਾਬ ਦੇ ਪੌਦੇ ਤੋਂ ਸੋਹਣੇ ਗੁਲਾਬ ਦੇ ਫੁੱਲ ਤੋੜ ਲੈਂਦੀ ਹੈ, ਤੈਨੂੰ ਅਜਿਹਾ ਕਰਨ ਵਿੱਚ ਮਜ਼ਾ ਆਉਂਦਾ ਹੈ, ਪਰ ਤੇਰੀ ਇਸ ਸ਼ੈਤਾਨੀ ਦੇ ਨਾਲ ਗੁਲਾਬ ਦਾ ਫੁੱਲ ਵਿਚਾਰਾ ਤਾਂ ਮਰ ਹੀ ਜਾਂਦਾ ਹੈ। ਥੋੜ੍ਹੀ ਦੇਰ ਬਾਅਦ ਉਹ ਮੁਰਝਾ ਜਾਂਦਾ ਹੈ, ਉਸ ਦੀਆਂ ਪੰਖੜੀਆਂ ਡਿੱਗਣ ਲੱਗ ਪੈਂਦੀਆਂ ਹਨ। ਜਦੋਂ ਟਾਹਣੀ ਉੱਤੇ ਸੀ ਤਾਂ ਉਸ ਨੂੰ ਭੋਜਨ ਮਿਲਦਾ ਸੀ ਤੇ ਟਾਹਣੀ ਤੋਂ ਅਲੱਗ ਹੋ ਕੇ ਹੁਣ ਉਸ ਨੂੰ ਭੋਜਨ ਮਿਲਣਾ ਬੰਦ ਹੋ ਗਿਆ, ਇਸ ਲਈ ਉਹ ਹੁਣ ਨਿਰਜੀਵ ਹੋ ਗਿਆ, ਭਾਵ ਉਸ ਦੇ ਵਿੱਚ ਜੀਵਨ ਨਹੀਂ ਰਿਹਾ। ਪੰਕਜ, ਤੂੰ ਤਾਂ ਆਪਣੀ ਵਿਗਿਆਨ ਦੀ ਕਿਤਾਬ ਵਿੱਚ ਪੜ੍ਹਿਆ ਹੀ ਹੋਵੇਗਾ ਕਿ ਪੌਦੇ ਦੇ 6 ਭਾਗ ਹੁੰਦੇ ਹਨ: ਜੜ, ਤਣਾ, ਸ਼ਾਖਾਵਾਂ, ਪੱਤੇ, ਫੁੱਲ ਅਤੇ ਫਲ। ਜੜ੍ਹਾਂ ਪੌਦਿਆਂ ਦੇ ਲਈ ਉਹੀ ਕੰਮ ਕਰਦੀਆਂ ਹਨ ਜੋ ਤੁਹਾਡਾ ਮੂੰਹ ਤੁਹਾਡੇ ਲਈ ਕਰਦਾ ਹੈ। ਤੁਸੀਂ ਮੂੰਹ ਰਾਹੀਂ ਖਾਂਦੇ ਹੋ, ਭੋਜਨ ਖਾਣ ਦਾ ਕੰਮ ਕਰਦੇ ਹੋ, ਇਸੇ ਤਰ੍ਹਾਂ ਜੜ੍ਹਾਂ ਵੀ ਭੋਜਨ ਦਾ ਖਾਣ ਦਾ ਕੰਮ ਕਰਦੀਆਂ ਹਨ ਪੌਦੇ ਲਈ। ਉਹ ਧਰਤੀ ਤੋਂ ਖਣਿਜ ਅਤੇ ਪਾਣੀ ਚੂਸਦੀਆਂ ਹਨ ਅਤੇ ਤਣੇ ਵੱਲ ਧੱਕਦੀਆਂ ਹਨ। ਜੜ੍ਹਾਂ ਪੌਦਿਆਂ ਨੂੰ ਮਿੱਟੀ ਵਿੱਚ ਮਜ਼ਬੂਤੀ ਨਾਲ ਜਕੜ ਕੇ ਵੀ ਰੱਖਦੀਆਂ ਹਨ। ਜਕੜ ਦਾ ਭਾਵ ਹੁੰਦਾ ਹੈ ਮਜ਼ਬੂਤ ਪਕੜ ਬਣਾਉਣਾ।
ਦੋਵੇਂ ਬੱਚੇ ਪਿਤਾ ਜੀ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦੇ ਨੇ। ਇਸ ਪਿੱਛੋਂ ਕਾਜਲ ਆਪਣੇ ਪਿਤਾ ਜੀ ਨੂੰ ਪੁੱਛਦੀ ਹੈ ਕਿ ਪੌਦੇ ਸਾਹ ਕਿਵੇਂ ਲੈਂਦੇ ਹਨ। ਸੋ ਪਿਤਾ ਜੀ ਦੱਸਦੇ ਹਨ ਕਿ ਪੱਤਿਆਂ ਦੇ ਵਿੱਚ ਛੋਟੇ-ਛੋਟੇ ਛੇਕ ਹੁੰਦੇ ਹਨ। ਛੇਕ ਤੋਂ ਭਾਵ ਹੈ ਛੋਟੀਆਂ-ਛੋਟੀਆਂ ਮੋਰੀਆਂ ਹੋਣਾ। ਪੱਤਿਆਂ ਵਿੱਚ ਛੋਟੀਆਂ-ਛੋਟੀਆਂ ਮੋਰੀਆਂ ਹੁੰਦੀਆਂ ਹਨ, ਜਿਸ ਰਾਹੀਂ ਪੌਦੇ ਸਾਹ ਲੈਂਦੇ ਹਨ। ਜੇਕਰ ਤੁਸੀਂ ਕਿਸੇ ਪੌਦੇ ਨੂੰ ਕੱਚ ਦੇ ਭਾਂਡੇ ਵਿੱਚ ਰੱਖ ਦਿਓ ਅਤੇ ਉਸ ਨੂੰ ਪੂਰੀ ਤਰ੍ਹਾਂ ਢੱਕ ਦਿਓਗੇ ਤਾਂ ਉਸ ਨੂੰ ਕਿਸੇ ਵੀ ਪਾਸੋਂ ਹਵਾ ਨਹੀਂ ਮਿਲੇਗੀ, ਅਤੇ ਹਵਾ ਨਾ ਮਿਲਣ ਕਰਕੇ ਪੌਦਾ ਮੁਰਝਾ ਜਾਂਦਾ ਹੈ, ਕੁਮਲਾ ਜਾਂਦਾ ਹੈ। ਪੱਤੇ ਹੀ ਸੂਰਜ ਦੀ ਰੋਸ਼ਨੀ ਵਿੱਚ ਹਵਾ ਤੋਂ ਕਾਰਬਨ ਡਾਈਆਕਸਾਈਡ ਲੈ ਕੇ ਪ੍ਰਕਾਸ਼ ਸੰਸਲੇਸ਼ਣ ਦੀ ਮਦਦ ਨਾਲ ਪੌਦੇ ਲਈ ਭੋਜਨ ਬਣਾਉਣ ਦਾ ਕੰਮ ਕਰਦੇ ਹਨ। ਸੋ ਇਹ ਸਾਰੀ ਗੱਲ ਪਿਤਾ ਜੀ ਉਹਨਾਂ ਨੂੰ ਸਮਝਾਉਂਦੇ ਹਨ। ਸੋ ਫਿਰ ਪੰਕਜ ਆਪਣੇ ਪਿਤਾ ਜੀ ਨੂੰ ਸਵਾਲ ਕਰਦਾ ਹੈ ਕਿ ਕਾਰਬਨ ਡਾਈਆਕਸਾਈਡ ਗੰਦੀ ਹਵਾ ਨੂੰ ਕਹਿੰਦੇ ਹਨ। ਸੋ ਉਸਦੇ ਪਿਤਾ ਜੀ ਆਖਦੇ ਹਨ ਕਿ ਤੂੰ ਠੀਕ ਕਹਿੰਦਾ ਹੈ, ਪਰ ਪੌਦਿਆਂ ਦੇ ਜੀਵਨ ਲਈ ਇਹੀ ਜ਼ਰੂਰੀ ਹੈ। ਇਸ ਤਰ੍ਹਾਂ ਨਾਲ ਪੌਦੇ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਪ੍ਰਾਪਤ ਕਰਦੇ ਹਨ ਅਤੇ ਸਾਡੇ ਲਈ ਸ਼ੁੱਧ ਕਰਨ ਦਾ ਕੰਮ ਵੀ ਕਰਦੇ ਹਨ, ਯਾਨੀ ਕਿ ਉਹ ਆਕਸੀਜਨ ਛੱਡਦੇ ਹਨ। ਕਾਰਬਨ ਡਾਈਆਕਸਾਈਡ ਲੈਂਦੇ ਹਨ ਅਤੇ ਆਕਸੀਜਨ ਛੱਡਦੇ ਹਨ। ਸੋ ਪੰਕਜ ਅਗਲਾ ਸਵਾਲ ਕਰਦਾ ਹੈ ਕਿ ਤਣਾ ਅਤੇ ਸ਼ਾਖਾਵਾਂ ਪੌਦਿਆਂ ਲਈ ਕੀ ਕਰਦੀਆਂ ਹਨ। ਠੀਕ ਹੈ, ਫਿਰ ਉਸਦੇ ਪਿਤਾ ਜੀ ਦੱਸਦੇ ਹਨ ਕਿ ਤਣਾ ਅਤੇ ਸ਼ਾਖਾਵਾਂ ਪੌਦਿਆਂ ਨੂੰ ਆਕਾਰ ਪ੍ਰਦਾਨ ਕਰਦੀਆਂ ਹਨ ਅਤੇ ਪੌਦਿਆਂ ਦੁਆਰਾ ਬਣਾਇਆ ਭੋਜਨ ਹੇਠਾਂ ਜੜ੍ਹਾਂ ਤੱਕ ਅਤੇ ਜੜ੍ਹਾਂ ਦੁਆਰਾ ਚੂਸੇ ਗਏ ਖਣਿਜ ਅਤੇ ਪਾਣੀ ਨੂੰ ਪੱਤਿਆਂ ਤੱਕ ਪਹੁੰਚਾਉਂਦੇ ਹਨ। ਸ਼ਾਖਾਵਾਂ ਪੱਤਿਆਂ ਨੂੰ ਸੂਰਜ ਵੱਲ ਮੂੰਹ ਕਰਕੇ ਵੀ ਰੱਖਦੀਆਂ ਹਨ। ਪਿਤਾ ਜੀ ਇਹ ਸਾਰੀ ਗੱਲ ਇਹਨਾਂ ਦੋਨਾਂ ਬੱਚਿਆਂ ਨੂੰ ਸਮਝਾਉਂਦੇ ਹਨ। ਪੱਤਿਆਂ ਦੁਆਰਾ ਬਣਾਇਆ ਗਿਆ ਭੋਜਨ ਵੀ ਜੜ੍ਹਾਂ, ਸ਼ਾਖਾਵਾਂ, ਫਲਾਂ ਅਤੇ ਬੀਜਾਂ ਦੇ ਰੂਪ ਵਿੱਚ ਇਕੱਠਾ ਹੋ ਜਾਂਦਾ ਹੈ। ਇਹ ਸਾਡੇ ਖਾਣ ਦੇ ਵੀ ਕੰਮ ਆਉਂਦਾ ਹੈ। ਸੋ ਕੀ ਅਸੀਂ ਜੜ ਵੀ ਖਾਂਦੇ ਹਾਂ? ਕਾਜਲ ਬੜੇ ਹੈਰਾਨੀ ਨਾਲ ਪੁੱਛਦੀ ਹੈ। ਹਾਂ, ਚਕੰਦਰ, ਮੂਲੀ, ਗਾਜਰ, ਸ਼ਲਗਮ ਆਦਿ ਅਜਿਹੇ ਕੁਛ ਪੌਦੇ ਹਨ, ਯਾਨੀ ਕਿ ਸਬਜ਼ੀਆਂ ਹਨ, ਜੋ ਪੌਦਿਆਂ ਦੀ ਜੜ੍ਹਾਂ ਦੇ ਰੂਪ ਵਿੱਚ ਹਨ। ਪਿਤਾ ਜੀ ਬੋਲੇ, ਗੰਨਾ, ਕਕੜੀ ਪੌਦੇ ਦੇ ਤਣੇ ਦੇ ਰੂਪ ਹਨ। ਮਾਂ ਨੇ ਗੱਲਬਾਤ ਵਿੱਚ ਹਿੱਸਾ ਲੈਂਦੇ ਹੋਏ ਇਹ ਗੱਲ ਕਹੀ। ਪੱਤੇ ਤਾਂ ਸਾਗ ਦੇ ਰੂਪ ਵਿੱਚ ਖਾਂਦੇ ਹੀ ਹਾਂ, ਜਿਵੇਂ ਮੇਥੀ, ਪਾਲਕ, ਸਰੋਂ, ਛੋਲੇ, ਠੀਕ ਹੈ, ਆਦਿ। ਕੁਝ ਪੱਤਿਆਂ ਦੇ ਫਲ ਵੀ ਖਾਧੇ ਜਾਂਦੇ ਹਨ ਅਤੇ ਕੁਝ ਦੇ ਬੀਜ। ਦੱਸੋ ਤਾਂ ਕਿਹੜੇ ਪੌਦਿਆਂ ਦੇ ਫਲ ਸਬਜ਼ੀ ਦੇ ਰੂਪ ਵਿੱਚ ਖਾਂਦੇ ਹਾਂ? ਮਾਂ ਨੇ ਸਵਾਲ ਪੁੱਛਿਆ। ਸਵਾਲ ਸਰਲ ਸੀ, ਪਰ ਫਿਰ ਵੀ ਬੱਚੇ ਉਸ ਦਾ ਜਵਾਬ ਨਾ ਦੇ ਸਕੇ। ਦੇਖੋ, ਕਾਸ਼ੀ ਫਲ ਤਾਂ ਫਲ ਅਖਵਾਉਂਦਾ ਹੀ ਹੈ, ਜਿਵੇਂ ਟਮਾਟਰ, ਘੀਆ, ਤੋਰੀ, ਭਿੰਡੀ ਵੀ ਪੌਦਿਆਂ ਦੇ ਫਲ ਹੀ ਹੁੰਦੇ ਹਨ। ਫਲ ਆਪਣੇ ਅੰਦਰ ਬੀਜ ਨੂੰ ਸਾਂਭ ਕੇ ਰੱਖਦੇ ਹਨ। ਤੁਸੀਂ ਇਹ ਤਾਂ ਦੱਸਿਆ ਨਹੀਂ ਕਿ ਅਸੀਂ ਬੀਜ ਕਿੰਨਾ ਪੌਦਿਆਂ ਦੇ ਖਾਂਦੇ ਹਾਂ। ਇਹ ਸਵਾਲ ਪੰਕਜ ਨੇ ਪੁੱਛਿਆ। ਸਾਰੀਆਂ ਦਾਲਾਂ ਪੌਦਿਆਂ ਦੇ ਬੀਜ ਹੀ ਤਾਂ ਹੁੰਦੇ ਹਨ। ਸਰਲ ਉਦਾਹਰਨ ਲੈਣਾ ਚਾਹੋ ਤਾਂ ਮਟਰ ਦੀ ਫਲੀ, ਲੋਬੀਆ, ਗਵਾਰ ਦੀ ਫਲੀ ਦਾ ਨਾਂ ਅਸੀਂ ਲੈ ਸਕਦੇ ਹਾਂ। ਇੰਨੇ ਵਿੱਚ ਬਿਜਲੀ ਆ ਜਾਂਦੀ ਹੈ। ਮਾਂ ਉੱਠ ਕੇ ਰਸੋਈ ਘਰ ਵਿੱਚ ਚਲੀ ਜਾਂਦੀ ਹੈ। ਪਿਤਾ ਜੀ ਨੇ ਸਮਝਾਇਆ, ਬਨਸਪਤੀ ਜਗਤ ਉੱਤੇ ਸਾਡਾ ਜੀਵਨ ਨਿਰਭਰ ਕਰਦਾ ਹੈ, ਪਰ ਸਾਨੂੰ ਵਿਅਰਥ ਵਿੱਚ ਫੁੱਲਾਂ ਅਤੇ ਪੌਦਿਆਂ ਨੂੰ ਤੋੜਨਾ ਨਹੀਂ ਚਾਹੀਦਾ, ਸਗੋਂ ਇਹਦੀ ਸੰਭਾਲ ਕਰਨੀ ਚਾਹੀਦੀ ਹੈ। ਸਾਨੂੰ ਬੱਚਿਆਂ ਵਾਂਗ ਹੀ ਇਸ ਨੂੰ ਪਿਆਰ ਕਰਨਾ ਚਾਹੀਦਾ ਹੈ, ਇਹਦੀ ਸਾਂਭ ਸੰਭਾਲ ਰੱਖਣੀ ਚਾਹੀਦੀ ਹੈ। ਸਾਨੂੰ ਵੀ ਉਹਨਾਂ ਦੀ ਤਰ੍ਹਾਂ ਹੀ ਰੁੱਖਾਂ ਅਤੇ ਪੌਦਿਆਂ ਦੀ ਸੰਭਾਲ ਰੱਖਣੀ ਚਾਹੀਦੀ ਹੈ। ਰੋਟੀ ਤਿਆਰ ਹੈ, ਹੁਣ ਜਲਦੀ ਅੰਦਰ ਆ ਕੇ ਖਾ ਲਓ, ਕਿਤੇ ਬਿਜਲੀ ਫੇਰ ਨਾ ਚਲੀ ਜਾਵੇ। ਇਹ ਆਵਾਜ਼ ਸੀ ਮਾਂ ਦੀ, ਪਰ ਦੋਵੇਂ ਅਜੇ ਵੀ ਪੌਦਿਆਂ ਬਾਰੇ ਹੀ ਸੋਚ ਰਹੇ ਸਨ। ਸੋ ਉਮੀਦ ਕਰਦਾ ਤੁਹਾਨੂੰ ਪਾਠ ਸਮਝ ਆ ਗਿਆ ਹੋਵੇਗਾ। ਧੰਨਵਾਦ।